शेरे पंजाब ਕੰਪਲੈਕਸ स्टूडियो ਪੈਰਿਸ ਵਿਖੇ ਸੰਗਤ ਟੀਵੀ ਦਾ ਜੋ ਸਟੂਡੀਓ ਹੈ ਉਸ ਵਿੱਚੋਂ ਆਪ ਤੂੰ ਹੀ ਤੂੰ ਦਾ ਪ੍ਰੋਗਰਾਮ ਸੁਣ ਰਹੇ ਹੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਹਫ਼ਤੇ ਕੋਈ ਨਾ ਕੋਈ ਸ਼ਬਦ ਉੱਤੇ ਕਿਸੇ ਨਾ ਕਿਸੇ ਗੱਲ ਦੇ ਉੱਤੇ ਅਸੀਂ ਵਿਚਾਰ ਕਰੀਏ। ਅਸਲ ਵਿੱਚ ਵਿਚਾਰਾਂ ਜਿੰਨੀਆਂ ਹਨ ਉਹ ਤਾਂ ਸਾਰੀਆਂ ਵਿਚਾਰਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸਮਰਪਿਤ ਹਨ। ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੇ ਨਾਮ ਵਿੱਚ, ਉਹਨੂੰ ਖੋਜਣ ਵਿੱਚ ਇਹ ਸਾਰਾ ਦਾ ਸਾਰਾ ਸਮਾਂ ਆਪਾਂ ਕਿਸੇ ਨਾ ਤਰੀਕੇ ਨਾਲ ਗੁਜ਼ਾਰਨਾ ਹੈ। ਉਮੀਦ ਹੈ ਕਿ ਜਿਹੜੇ ਪ੍ਰੋਗਰਾਮ ਆਪ ਜੀ ਨੇ ਪਹਿਲੋਂ ਤੂੰ ਹੀ ਤੂੰ ਦੇ ਪ੍ਰੋਗਰਾਮ ਦੇਖੇ ਹਨ ਜਾਂ ਦੇਖੇ ਦੇ ਰਹਿੰਦੇ ਹੋ, ਉਹ ਆਪ ਜੀ ਨੂੰ ਪਸੰਦ ਆਏ ਹੋਣਗੇ ਜਾਂ ਕੁਛ ਗੱਲਾਂ ਉਹਨਾਂ ਵਿੱਚ ਚੰਗੀਆਂ ਲੱਗੀਆਂ ਹੋਣਗੀਆਂ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਵੀ ਅਸੀਂ ਉਸੇ ਪ੍ਰੋਗਰਾਮਾਂ ਦੇ ਤਹਿਤ ਹੀ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਖੋਜਣ ਦੀ। ਮੂਲ ਮੰਤਰ 'ਤੇ ਅਸੀਂ ਗੱਲ ਕਰਾਂਗੇ, ਵਿਚਾਰ ਕਰਾਂਗੇ। ਅੱਗੇ ਵੀ ਬਹੁਤ ਵਿਚਾਰਾਂ ਆਪ ਜੀ ਨੇ ਸੁਣੀਆਂ ਹੋਣਗੀਆਂ ਬੜੇ ਬੜੇ ਵਿਦਵਾਨਾਂ ਕੋਲੋਂ, ਪਰ ਦਾਸ ਨੇ ਤਾਂ ਜੋ ਗੁਰੂ ਮਹਾਰਾਜ ਨੇ ਸੋਝੀ ਬਖਸ਼ੀ ਹੈ ਜਿੰਨੀ ਵੀ, ਉਸ ਤਰੀਕੇ ਨਾਲ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਹਨ। ਜੇ ਕੋਈ ਚੰਗੀ ਲੱਗੇ ਤਾਂ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਨੀ, ਜੇ ਕੋਈ ਮਾੜੀ ਲੱਗੇ ਤਾਂ ਦਾਸ ਨੂੰ ਵਾਪਸ ਕਰ ਦੇਣੀ, ਕਿਉਂਕਿ ਬੰਦਾ ਜਿਹੜਾ ਹੈ ਉਹ ਭੁੱਲਣਹਾਰ ਹੈ। ਅਸਲ ਵਿੱਚ ਜੇ ਦੇਖਿਆ ਜਾਵੇ ਤਾਂ ਮੂਲ ਦਾ ਅਰਥ ਜਿਹੜਾ ਹੈ ਉਹ ਵੀ ਸਾਨੂੰ ਸਮਝਣਾ ਜ਼ਰੂਰੀ ਹੈ। ਮੂਲ ਚੀਜ਼ ਕੀ ਹੁੰਦੀ ਹੈ? ਕਿਉਂਕਿ ਜੇ ਮੂਲ ਮੰਤਰ ਦੀ ਗੱਲ ਕੀਤੀ ਗਈ ਹੈ ਹਰ ਬਾਣੀ ਦੇ ਸ਼ੁਰੂ ਦੇ ਵਿੱਚ, ਔਰ ਸਭ ਤੋਂ ਪਹਿਲੋਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੁਨੀਆ 'ਤੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਉਹਨਾਂ ਨੇ ਮੂਲ ਮੰਤਰ ਦੀ ਗੱਲ ਕੀਤੀ। ਅਤੇ ਉਸ ਮੂਲ ਮੰਤਰ ਤੋਂ ਬਾਅਦ ਹੀ ਜੋ ਕੁਛ ਵੀ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤਾ, ਜਾਂ ਉਹਨਾਂ ਨੇ ਜਿਹੜੀ ਵਾਰਤਾ ਅਕਾਲ ਪੁਰਖ ਵਾਹਿਗੁਰੂ ਨਾਲ ਹੋਈ ਸੀ ਉਹ ਲਿਆ ਕੇ ਦੱਸੀ ਇਸ ਧਰਤੀ ਦੇ ਉੱਤੇ, ਅਤੇ ਸਾਨੂੰ ਜਿਹੜਾ ਮੂਲ ਮੰਤਰ ਜਿਹੜਾ ਦਿੱਤਾ। ਔਰ ਇਹ ਜਿਹੜਾ ਮੂਲ ਮੰਤਰ ਹੈ ਇਹ ਸਿਰਫ ਸਾਡੇ ਵਾਸਤੇ, ਸਿੱਖਾਂ ਵਾਸਤੇ ਨਹੀਂ ਗਾ, ਇਹ ਸਾਰੀ ਦੁਨੀਆ ਦੇ ਜੀਵਾਂ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਦਿੱਤਾ। ਅਤੇ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਦਾ ਸੁਨੇਹਾ ਲੈ ਕੇ, ਅਤੇ ਅਕਾਲ ਪੁਰਖ ਵਾਹਿਗੁਰੂ ਉਹ ਹੈ ਜਿਹਨੇ ਸਾਰੀ ਦੀ ਸਾਰੀ ਦੁਨੀਆ ਸ੍ਰਿਸ਼ਟੀ ਬਣਾਈ ਹੈ, ਅਤੇ ਉਹਦਾ ਸੁਨੇਹਾ ਸ੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਆਏ। ਅਤੇ ਜਿਹੜਾ ਸੁਨੇਹਾ ਹੈ ਉਹ ਵੀ ਇਕੱਲੇ ਇੱਕ ਆਦਮੀ ਵਾਸਤੇ ਜਾਂ ਇੱਕ ਸੰਸਥਾ ਵਾਸਤੇ ਜਾਂ ਇੱਕ ਧਰਮ ਵਾਸਤੇ ਨਹੀਂ, ਉਹ ਸਮੁੱਚੀ ਦੁਨੀਆ ਵਾਸਤੇ ਉਹ ਸੁਨੇਹਾ ਲੈ ਕੇ ਆਏ। ਸਰਬ ਦਾ ਸਾਂਝੀਵਾਲ ਸੁਨੇਹਾ ਮੂਲ ਮੰਤਰ ਦੇ ਰੂਪ ਵਿੱਚ। ਮੂਲ ਅਸਲ ਵਿੱਚ ਉਸ ਚੀਜ਼ ਨੂੰ ਕਿਹਾ ਜਾਂਦਾ ਜਿਹਦਾ ਕਦੀ ਵਿਨਾਸ਼ ਨਹੀਂ ਹੁੰਦਾ, ਜਿਹੜੀ ਅਸਤੂਲ ਚੀਜ਼ ਹੁੰਦੀ ਆ, ਜਿਹੜਾ ਬੇਸ ਹੁੰਦਾ, ਜਿਹੜਾ ਕਦੀ ਖਤਮ ਨਹੀਂ ਹੁੰਦਾ, ਜਿਹਦੀ ਮੂਲ ਮੰਤਰ ਦੀ ਗੱਲ ਇੱਥੇ ਗੁਰੂ ਸਾਹਿਬ ਵੱਲੋਂ ਕੀਤੀ ਗਈ ਹੈ। ਜਿੱਥੇ ਤੱਕ ਉਹਨਾਂ ਨੇ ਮੂਲ ਮੰਤਰ ਦੀ ਗੱਲ ਕੀਤੀ ਹੈ ਅਤੇ ਉਸ ਮੂਲ ਮੰਤਰ ਦੀ ਗੱਲ ਕੀਤੀ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਲੈ ਕੇ ਆਏ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਇੱਕ ਐਸੀ ਤਾਕਤ ਹੈ ਜਿਹੜੀ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਵਾਲੀ ਗੱਲ ਹੈ। ਜਦੋਂ ਪਹਿਲੋਂ ਵੀ ਸੱਚ ਸੀ, ਅੱਜ ਵੀ ਸੱਚ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਹੋਵੇਗਾ। ਉਹ ਇੱਕ ਮੂਲ ਚੀਜ਼ ਹੈ ਜਿਹੜਾ ਕਦੇ ਵੀ ਮਿਟਣ ਵਾਲੀ ਚੀਜ਼ ਨਹੀਂ, ਕਦੇ ਵੀ ਖਤਮ ਹੋਣ ਵਾਲੀ ਚੀਜ਼ ਨਹੀਂ, ਉਹ ਇੱਕ ਮੂਲ ਹੈ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਜਦੋਂ ਅਸੀਂ ਹਿਸਾਬ ਦੀ ਗੱਲ ਕਰਦੇ, ਹਿਸਾਬ ਦੇ ਵਿੱਚ ਅਸੀਂ ਕਹਿੰਦੇ ਹਾਂ ਆਹ ਸਾਡਾ ਮੂਲ ਹੋਇਆ 100 ਰੁਪਇਆ ਮੂਲ ਆ ਅਤੇ ਬਾਕੀ 25 ਰੁਪਏ ਜਿਹੜਾ ਇਹਦਾ ਵਿਆਜ ਆ। ਮੂਲ ਦਾ ਮਤਲਬ ਜਿਹੜਾ ਬੇਸ ਆ ਉਹ ਉਸ ਚੀਜ਼ ਨੂੰ ਮੂਲ ਦੇ ਤੌਰ ਦੇ ਉੱਤੇ ਵਰਤਿਆ ਗਿਆ। ਪਰ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਮੂਲ ਦੀ ਗੱਲ ਕੀਤੀ ਆ ਉਹ ਇੱਕ ਐਸਾ ਮੂਲ ਆ, ਕਿਉਂਕਿ ਦੁਨੀਆ ਦੇ ਮੂਲ ਜਿਹੜੇ ਹਿਸਾਬਾਂ ਕਿਤਾਬਾਂ ਦੇ ਵਿੱਚ ਆਉਂਦੇ ਆ ਉਹ ਤਾਂ ਸਣੇ ਮੂਲ ਅਤੇ ਸਣੇ ਵਿਆਜ ਵੀ ਕਈ ਵਾਰ ਡੁੱਬ ਜਾਂਦੇ ਆ, ਕਈ ਵਾਰ ਖਤਮ ਹੋ ਜਾਂਦੇ ਆ। ਬੈਂਕਾਂ ਜਿਹੜੀਆਂ ਕਰਪਟ ਹੋ ਜਾਂਦੀਆਂ,
ਕਰੋੜਾਂ ਰੁਪਈਏ ਜਿਹੜੇ ਉਹਦੇ ਘਪਲੇ ਹੋ ਜਾਂਦੇ ਆ, ਮੂਲ ਵਿੱਚ ਵਿਆਜ ਤੇ ਵਿੱਚ ਸਾਰਾ ਕੁਝ। ਪਰ ਜਿਹੜੇ ਮੂਲ ਦੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਆ, ਉਹ ਆਦ ਵੀ ਸੱਚ ਸੀ, ਅੱਜ ਵੀ ਸੱਚ ਆ ਤੇ ਕੱਲ੍ਹ ਵੀ ਸੱਚ। ਉਹਦਾ ਕਾਰਨ ਕੀ ਆ? ਦੁਨੀਆ ਕਹਿੰਦੀ ਆ, ਦੁਨੀਆ ਦੇ ਸਾਰੇ ਵੱਖਰੇ ਵੱਖਰੇ ਧਰਮ ਨੇ ਵੀ ਕਿਹਾ ਹੈ ਕਿ ਦੁਨੀਆ ਜਦੋਂ ਦੀ ਬਣੀ ਆ, ਇੱਕ ਉਹ ਵੱਡਾ ਸਾਰਾ ਅੱਗ ਦਾ ਗੋਲਾ ਸੀ, ਜਿਹਦੇ ਵਿੱਚ ਪਤਾ ਨਹੀਂ ਕਿੰਨੀਆਂ ਧਾਤਾਂ, ਪਤਾ ਨਹੀਂ ਕਿੰਨੀਆਂ ਗੈਸਾਂ, ਕੀ ਕੁਛ ਸੀਗਾ। ਇੱਕ ਅੱਗ ਦਾ ਗੋਲਾ ਸੀ। ਜਦੋਂ ਉਹ ਫਟਿਆ, ਇਹ ਧਰਤੀ 'ਤੇ ਸੂਰਜ ਚੰਦ, ਕਈ ਧਰਤੀਆਂ, ਕਈ ਸੂਰਜ ਤੇ ਕਈ ਚੰਦ, ਕਈ ਅਸਮਾਨ, ਕਈ ਪਹਾੜ, ਕਈ ਦਰਿਆ, ਕਈ ਕੁਛ ਬਣ ਗਿਆ ਇੱਕ ਮਿੰਟਾਂ ਸਕਿੰਟਾਂ ਦੇ ਵਿੱਚ। ਪਰ ਜੇ ਆਪਾਂ ਉਹ ਸਾਰਾ ਇਹ ਸਿਸਟਮ, ਅੱਜ ਸਾਇੰਸ ਵੀ ਉਸ ਚੀਜ਼ ਨੂੰ ਮੰਨਦੀ ਆ, ਅੱਜ ਦੀ ਸਾਇੰਸ ਜਿੰਨੀ ਵੀ ਖੋਜ ਕੀਤੀ ਆ ਉਸ ਚੀਜ਼ ਨੂੰ ਮੰਨਦੀ, ਪਰ ਗੁਰੂ ਨਾਨਕ ਦੇਵ ਜੀ ਇਸ ਚੀਜ਼ ਨੂੰ ਕਾਫੀ ਦੇਰ ਪਹਿਲੋਂ ਕਹਿ ਗਏ ਆ ਵੀ ਲੱਖ ਅਗਾਸਾਂ ਅਗਾਸ, ਲੱਖ ਪਤਾਲਾਂ ਪਤਾਲ, ਓੜ ਕੋੜ ਭਾਲ ਥੱਕੇ ਵੇਦ ਕਹਿਣ ਬਾਸ, ਸਹਿ 17 ਕਹਿਣ ਕਿ ਤਮਾ ਅਸੂਲ। ਅਸੂਲ ਇੱਕ ਧਾਤ, ਉਹ ਜਿਹੜਾ ਬੇਸ ਆ, ਜੇ ਉਹ ਸਾਰਾ ਕੁਛ ਅਕਾਲ ਪੁਰਖ ਵਾਹਿਗੁਰੂ ਆਪ ਸੀ, ਸਾਰੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਸੀ, ਤੇ ਜਦੋਂ ਉਹਦੇ ਟੋਟੇ ਹੋ ਗਏ ਤਾਂ ਉਹ ਸਾਰੀ ਦੁਨੀਆ ਵਿੱਚ ਵਿਚਰਿਆ, ਤੇ ਸਾਰੀ ਦੁਨੀਆ ਦੇ ਜਿੱਥੇ ਜਿੱਥੇ ਵੀ ਟੋਟੇ ਹੋਏ, ਜਿੱਥੇ ਜਿੱਥੇ ਵਿਚਰਿਆ, ਉਹ ਆਪ ਹੀ ਆ। ਅੱਜ ਵੀ ਉਹ ਆਪ ਹੀ ਆ। ਜਿਹੜੇ ਪਾਸੇ ਮਰਜ਼ੀ ਚਲ ਜਾਓ, ਚਾਹੇ ਉਹ ਅਸਮਾਨ ਵਿੱਚ ਚਲ ਜਾਓ, ਚਾਹੇ ਖੱਬੇ ਚਲ ਜਾਓ, ਚਾਹੇ ਸੱਜੇ ਚਲ ਜਾਓ, ਜਾਂ ਧਰਤੀ ਚਲ ਜਾਓ, ਜਿੱਥੇ ਮਰਜ਼ੀ ਚਲ ਜਾਓ, ਉਹ ਅਕਾਲ ਪੁਰਖ ਵਾਹਿਗੁਰੂ, ਉਹਦੀ ਹੋਂਦ ਹਰ ਜਗ੍ਹਾ 'ਤੇ ਤੁਹਾਨੂੰ ਮਿਲਦੀ ਆ। ਉਹ ਅਸਲ ਵਿੱਚ ਮੂਲ ਆ। ਅਤੇ ਮੰਤਰ ਦੀ ਗੱਲ ਜਿਹੜੀ ਕਹੀ ਗਈ ਆ, ਉਹ ਮੰਤਰ ਆ ਜਿਹੜੀ ਜਪਣ ਵਾਲੀ ਚੀਜ਼ ਆ, ਜਿਹੜੇ ਤਰੀਕੇ ਨਾਲ ਉਹ ਮੂਲ ਦਾ ਗਿਆਨ ਪਾਇਆ ਜਾ ਸਕਦਾ, ਉਹ ਉਸ ਮੰਤਰ ਦੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੱਲ ਕੀਤੀ ਆ। ਉਹ ਜਿਹੜਾ ਮੂਲ ਆ, ਉਹਦਾ ਗਿਆਨ ਤੁਸੀਂ ਕਿਹੜੇ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹੋ। ਜਿਹੜਾ ਮੂਲ ਮੰਤਰ ਸਾਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ, ਜਦੋਂ ਬੇਰ ਨਦੀ ਵਿੱਚੋਂ 3 ਦਿਨਾਂ ਬਾਅਦ ਆਏ, ਉਸ ਮੰਤਰ ਦੀ ਗੱਲ ਕੀਤੀ ਆ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉਹ ਪਰਮਾਤਮਾ ਆ ਅਤੇ ਸਾਡੇ ਵਿੱਚ ਆਤਮਾ ਆ, ਸਾਡੇ ਵਿੱਚ ਵੀ ਉਹ ਮੂਲ ਹੈ ਜਿਹੜਾ ਪਰਮਾਤਮਾ ਦੇ ਵਿੱਚ ਹੈਗਾ। ਅਸੀਂ ਉਹ ਤੋਂ ਵੱਖ ਨਹੀਂ ਗੇ, ਕਿਉਂਕਿ ਜਦੋਂ ਮੂਲ ਖਤਮ ਹੋ ਜਾਂਦਾ ਤਾਂ ਬਾਕੀ ਚੀਜ਼ਾਂ ਆਟੋਮੈਟਿਕ ਖਤਮ ਹੋ ਜਾਂਦੀਆਂ। ਬਾਕੀ ਚੀਜ਼ਾਂ ਦੀ ਕੋਈ ਹੋਂਦ ਨਹੀਂ ਹੁੰਦੀ। ਹਰ ਚੀਜ਼ ਦੀ ਹੋਂਦ ਜਿਹੜੀ ਆ, ਉਹਦੇ ਮੂਲ ਦੇ ਉੱਤੇ ਆਧਾਰਿਤ ਖੜੀ ਆ। ਜਦੋਂ ਉਹਦੇ ਵਿੱਚੋਂ ਮੂਲ ਕੱਢ ਦਿਓ ਤਾਂ ਬਾਕੀ ਚੀਜ਼ਾਂ ਆਟੋਮੈਟਿਕ ਜਿਹੜੀ ਆ, ਆਸੇ ਪਾਸੇ ਦੀਆਂ ਉਹ ਜਿਹੜੀਆਂ ਚੀਜ਼ਾਂ ਉਹ ਖਤਮ ਹੋ ਜਾਂਦੀਆਂ। ਇਨਸਾਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਆ, ਉਹਦਾ ਮੂਲ ਆ। ਦੁਨੀਆ ਦਾ ਹਰ ਜੀਵ, ਚਾਹੇ ਉਹ ਪੱਥਰ ਦੇ ਵਿੱਚ ਆ, ਚਾਹੇ ਉਹ ਪਾਣੀ ਦੇ ਵਿੱਚ ਆ, ਚਾਹੇ ਉਹ ਹਵਾ ਦੇ ਵਿੱਚ ਆ, ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਅੰਸ਼ ਆ, ਉਹਦੇ ਵਿੱਚ ਉਹਦਾ ਮੂਲ ਆ। ਅਤੇ ਜਦੋਂ ਉਹਦਾ ਮੂਲ ਉੱਥੋਂ ਖਤਮ ਹੋ ਜਾਂਦਾ, ਉਹ ਜਿਹੜੀ ਚੀਜ਼ ਦੀ ਹੋਂਦ ਆ ਉਹ ਖਤਮ ਹੋ ਜਾਂਦੀ। ਅਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਵੀ ਕਹਿ ਸਕਦੇ ਹਾਂ ਕਿ ਜਿੰਨੀ ਦੇਰ ਉਹ ਮੂਲ ਜਿਹੜਾ ਪਰਮਾਤਮਾ ਦਾ ਮੂਲ ਆ, ਅਕਾਲ ਪੁਰਖ ਵਾਹਿਗੁਰੂ ਦਾ ਮੂਲ ਆ, ਪਰਮਾਤਮਾ ਦਾ ਅੰਸ਼, ਉਹਦਾ ਮੂਲ ਆਤਮਾ ਦੇ ਤੌਰ 'ਤੇ ਸਾਡੇ ਵਿੱਚ ਆ, ਉਨੀ ਦੇਰ ਸਾਡਾ ਸਰੀਰ ਚੱਲਦਾ ਵੀ ਆ, ਸਾਡਾ ਸਰੀਰ ਬੋਲਦਾ ਵੀ ਆ, ਸਾਡਾ ਸਰੀਰ ਦੇਖਦਾ ਵੀ ਆ, ਸਾਡਾ ਸਰੀਰ ਹਰ ਕਿਰਿਆ ਕਰਦਾ। ਸਾਡੀਆਂ ਅੱਖਾਂ ਦੇ ਵਿੱਚ ਬਹਿ ਕੇ ਉਹ ਦੇਖਦਾ, ਸਾਡੀ ਜ਼ੁਬਾਨ ਦੇ ਉੱਤੇ ਬਹਿ ਕੇ ਉਹ ਬੋਲਦਾ। ਭਾਵ ਕਹਿਣ ਤੋਂ ਕਿ ਸਾਡਾ ਸਾਰਾ ਸਰੀਰ ਜਿਹੜਾ ਜੋ ਵੀ ਹਰਕਤਾਂ ਕਰਦਾ, ਜੋ ਵੀ ਕੁਛ ਇਹ ਕਰਦਾ, ਇਹ ਸਿਰਫ ਉਸ ਮੂਲ ਦੇ ਆਧਾਰ 'ਤੇ ਕਰਦਾ। ਪਰ ਜਿਸ ਦਿਨ ਉਹ ਮੂਲ ਸਾਡੇ ਵਿੱਚੋਂ ਚਲੇ ਜਾਂਦਾ ਤਾਂ ਅਸੀਂ ਮਰ ਜਾਂਦੇ। ਉਹਨੂੰ ਕਹਿੰਦੇ ਮਰ ਗਿਆ। ਮੂਲ ਜਿਹੜਾ ਉਹ ਖਤਮ ਹੋ ਗਿਆ। ਪਰ ਉਹ ਮੂਲ ਗਿਆ ਕਿੱਥੇ? ਉਹ ਮੂਲ ਨਹੀਂ ਮਰਿਆ, ਮਰੇ ਅਸੀਂ ਹਾਂ। ਕਿਉਂਕਿ ਮੂਲ ਤਾਂ ਇੱਕ ਐਸੀ ਚੀਜ਼ ਹੈ ਜਿਹੜੀ ਕਦੀ ਮਰਦੀ ਨਹੀਂ। ਇਸੇ ਚੀਜ਼ ਨੂੰ ਸਮਝਣ ਵਾਲੀ ਗੱਲ ਹੈ, ਜਿਸ ਕਰਕੇ ਆਪਾਂ ਅੱਜ ਵਿਚਾਰ ਕਰ ਰਹੇ ਹਾਂ ਕਿ ਉਹ ਜਿਹੜੀ ਕਿਹੜੀ ਚੀਜ਼ ਹੈ ਜਿਹੜੀ ਮਰਦੀ ਨਹੀਂ। ਉਹ ਉਹੀ ਆ ਜਿਹੜੀ ਪਰਮਾਤਮਾ ਦੀ ਜਿਹੜੀ ਅੰਸ਼ ਸਾਡੇ ਵਿੱਚ ਆ, ਜਿਹੜੀ ਪਰਮਾਤਮਾ ਦਾ ਮੂਲ ਸਾਡੇ ਵਿੱਚ ਆ, ਆਤਮਾ ਤੌਰ ਦੇ ਉੱਤੇ ਜੋ ਸਾਡੇ ਵਿੱਚ ਆ, ਜਿਹਦੇ ਕਰਕੇ ਅਸੀਂ ਜਿੰਦਾ ਆ, ਜਿਹਦੇ ਕਰਕੇ ਸਾਨੂੰ ਜੀਵਨ ਮਿਲਿਆ।
ਜਦੋਂ ਜੀਵਨ ਮਿਲਿਆ ਉਹਦਾ ਮਤਲਬ ਇਹ ਹੈ ਕਿ ਜੇ ਸਾਡੇ ਵਿੱਚ ਇੱਕ ਆਤਮਾ ਆਈ, ਜਦੋਂ ਸਾਡੇ ਵਿੱਚ ਇੱਕ ਆਤਮਾ ਆਈ, ਚਾਹੇ ਉਹ ਕਿਸੇ ਰੂਪ ਵਿੱਚ ਆਈ, ਚਾਹੇ ਉਹ ਧਰਤੀ ਵਿੱਚੋਂ ਕੋਈ ਚੀਜ਼ ਪੈਦਾ ਹੋਈ, ਚਾਹੇ ਉਹ ਪਾਣੀ ਦੇ ਵਿੱਚ ਕੋਈ ਚੀਜ਼ ਪੈਦਾ ਹੋਈ, ਚਾਹੇ ਕੋਈ ਆਂਡੇ ਦੇ ਵਿੱਚ ਹੋਈ, ਕਿਸੇ ਤਰੀਕੇ ਨਾਲ ਵੀ ਉਹ ਚੀਜ਼ ਪੈਦਾ ਹੋਈ, ਉਹਦੇ ਵਿੱਚ ਉਹ ਆਤਮਾ ਦਾ ਤੱਤ ਜਿਹੜਾ ਆਇਆ। ਅਤੇ ਜਦੋਂ ਆਤਮਾ ਦਾ ਤੱਤ ਜਿਹੜਾ ਆ ਉਹ ਸਾਡੇ ਕੋਲ ਚਲੇ ਗਿਆ ਤਾਂ ਉਦੋਂ ਕੀ ਹੋਇਆ, ਉਦੋਂ ਜਿਹੜਾ ਬਾਕੀ ਦਾ ਸਰੀਰ ਬਣਿਆ, ਜਿਹੜਾ ਬਾਕੀ ਦਾ ਢਾਂਚਾ ਬਣਿਆ, ਕਿਸੇ ਤਰੀਕੇ ਨਾਲ ਬਣਿਆ, ਉਹਦੀ ਹੋਂਦ ਐਟੋਮੈਟਿਕ ਖਤਮ ਹੋ ਜਾਂਦੀ। ਕਿਉਂਕਿ ਜਿਹੜਾ ਬਾਕੀ ਦਾ ਢਾਂਚਾ ਜਿਹੜਾ ਬਣਿਆ, ਬਾਕੀ ਜੋ ਕੁਛ ਵੀ ਬਣਿਆ ਉਹ ਗੈਸਾਂ ਤੋਂ ਬਣਿਆ, ਉਹ 5 ਤੱਤਾਂ ਤੋਂ ਬਣਿਆ। ਤੋ ਜਿਹੜੇ 5 ਤੱਤਾਂ ਤੋਂ ਬਣਿਆ ਹੌਲੀ 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 ਘਸ ਪਿਸ ਕੇ ਉਹਨਾਂ ਤੱਤਾਂ ਦੇ ਵਿੱਚ ਚਲੇ ਜਾਂਦਾ, ਪਰ ਉਹ ਮੂਲ ਨਹੀਂ ਗਾ, ਇਸ ਕਰਕੇ ਉਹ ਚਲੇ ਗਿਆ। ਉਹ ਚੀਜ਼ ਦੇ ਵਿੱਚੋਂ ਆਇਆ ਜਿਹੜੀ ਖਤਮ ਹੋ ਸਕਦੀ ਸੀ, ਪਰ ਜਿਹੜਾ ਤੱਤ ਆ, ਜਿਹੜਾ ਮੂਲ ਆ, ਉਹ ਕਦੀ ਖਤਮ ਨਹੀਂ ਹੁੰਦਾ। ਉਹ ਪਰਮਾਤਮਾ ਦੇ ਵਿੱਚੋਂ ਜਿਹੜੀ ਸਾਡੇ ਵਿੱਚ ਆਤਮਾ ਆਈ ਸੀਗੀ, ਉਹ ਸਾਡੇ ਵਿੱਚੋਂ ਨਿਕਲ ਕੇ ਉੱਪਰ ਵਾਲੇ ਨੇ ਜਿਹੜਾ ਸਿਸਟਮ ਬਣਾਇਆ ਉਹ ਕਿਸੇ ਹੋਰ ਜੂਨ ਦੇ ਵਿੱਚ ਚਲ ਗਈ, ਕਿਸੇ ਚੰਗੀ ਜਗ੍ਹਾ 'ਤੇ ਚਲ ਗਈ, ਕਿਸੇ ਮਾੜੀ ਜਗ੍ਹਾ 'ਤੇ ਚਲ ਗਈ। ਉਹ ਸਾਡੇ ਕਰਮਾਂ ਦਾ ਫਲ ਹੈ। ਅਤੇ ਜਿਹੜੇ ਕਰਮ ਬਹੁਤ ਚੰਗੇ ਹੋ ਗਏ, ਵਧੀਆ ਹੋ ਗਏ, ਉਹ ਪਰਮਾਤਮਾ ਦੇ ਨਾਲ ਜਾ ਕੇ ਮਿਲ ਗਏ। ਜਿੱਦਾਂ ਇੱਕ ਸਮੁੰਦਰ ਆ, ਸਾਗਰ ਆ, ਉਹਦੇ ਵਿੱਚੋਂ ਇੱਕ ਭਾਫ ਬਣ ਕੇ ਜਾਂਦੀ ਆ, ਅਸਮਾਨਾਂ 'ਚ ਚਲ ਜਾਂਦੀ ਆ, ਫਿਰ ਬੱਦਲ ਘੁੰਮਦੇ ਆ, ਕੋਈ ਬੂੰਦ ਉਹਦੇ ਵਿੱਚੋਂ ਰੇਗਿਸਤਾਨ ਵਿੱਚ ਚਲ ਜਾਂਦੀ ਆ, ਕੋਈ ਪਹਾੜਾਂ 'ਤੇ ਜਾ ਕੇ ਡਿੱਗਦੀ ਆ, ਕੋਈ ਸਿੱਧੀ ਮੁੜ ਕੇ ਸਮੁੰਦਰ ਦੇ ਵਿੱਚ ਆ ਕੇ ਡਿੱਗ ਪੈਂਦੀ ਆ। ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਬੂੰਦ ਨੇ ਉਸ ਸਾਗਰ ਦੇ ਵਿੱਚ ਆ ਕੇ ਮਿਲਣਾ ਹੈ। ਜਿਹੜੀ ਰੇਗਿਸਤਾਨ 'ਚ ਜਾ ਕੇ ਡਿੱਗੀ ਉਹਨੂੰ ਪਤਾ ਨਹੀਂ ਕਿੰਨਾ ਸਮਾਂ ਲੱਗੂਗਾ ਕਿ ਉਹ ਮੁੜ ਕੇ ਆ ਕੇ ਸਮੁੰਦਰ ਵਿੱਚ ਮਿਲੇ। ਜਿਹੜੀ ਪਹਾੜਾਂ 'ਚ ਡਿੱਗੀ ਆ, ਉਹ ਪਹਾੜਾਂ ਤੋਂ ਕਿੱਦਾਂ ਬੂੰਦ ਬੂੰਦ ਆ ਕੇ ਮੁੜ ਕੇ ਦਰਿਆ ਨਦੀਆਂ ਨਾਲ ਕੇ ਫਿਰ ਜਾ ਕੇ ਸਾਗਰ ਦੇ ਵਿੱਚ। ਪਰ ਕਈ ਐਸੀਆਂ ਬੂੰਦਾਂ ਆ ਜਿਹੜੀਆਂ ਸਿੱਧੀਆਂ ਸਾਗਰ ਦੇ ਵਿੱਚ ਜਾ ਕੇ ਮਿਲ ਪੈਂਦੀਆਂ। ਇਸੇ ਤਰੀਕੇ ਨਾਲ ਸਾਡੇ ਇਨਸਾਨੀ ਜੰਮ ਦੇ ਵਿੱਚ ਵੀ ਬਹੁਤ ਸਾਰੇ ਚੰਗੇ ਲੋਕ ਵੀ ਹੈਗੇ ਆ, ਜਿਹੜੇ ਪਰਮਾਤਮਾ ਦੇ ਨਾਲ ਮਿਲੇ ਹੁੰਦੇ ਆ, ਜਿਨ੍ਹਾਂ ਦੀ ਲਿਵ ਉਹਨਾਂ ਦੇ ਨਾਲ ਜੁੜੀ ਹੁੰਦੀ, ਜਿਹੜੇ ਮੂਲ ਨੂੰ ਪਛਾਣ ਲੈਂਦੇ ਆ, ਛੇਤੀ ਪਛਾਣ ਆ ਜਾਂਦੀ ਉਹਨਾਂ ਨੂੰ। ਉਹ ਜਦੋਂ ਪਛਾਣ ਲੈਂਦੇ ਆ ਤਾਂ ਫਿਰ ਉਹਦੇ ਵੱਲ ਆਪਣੇ ਕਦਮ ਚਲਾਉਂਦੇ ਆ, ਫਿਰ ਉਹਦੇ ਵਾਸਤੇ ਉਹ ਆਪਣੀ ਉਸਤਤ ਕਰਦੇ ਆ ਉਹਦੀ। ਕਿਉਂਕਿ ਇਹ ਜਿਹੜਾ ਪ੍ਰੋਗਰਾਮ ਤੁਸੀਂ ਸੁਣਦੇ ਹੋ, ਤੂੰ ਕਿਸੇ ਚੀਜ਼ ਦਾ ਨਾਂ ਨਹੀਂ, ਕਿਸੇ ਵਸਤੂ ਦਾ ਨਾਂ ਨਹੀਂ। ਇਹ ਤੂੰ ਦਾ ਸ਼ਬਦ ਉਸ ਵਾਸਤੇ ਵਰਤਿਆ ਗਿਆ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ, ਪਰ ਉਹ ਹੈ ਹਰ ਜਗ੍ਹਾ 'ਤੇ, ਹਰ ਪਾਸੇ, ਪਰ ਸਾਨੂੰ ਉਹ ਦਿਖਾਈ ਨਹੀਂ ਦਿੰਦਾ। ਜਿਹਦਾ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜ਼ਿਕਰ ਕੀਤਾ। ਕਿਉਂਕਿ ਅੱਜ ਅਸੀਂ ਗੱਲ ਜਿਹੜੀ ਆ ਮੂਲ ਮੰਤਰ ਦੀ ਕਰਦੇ ਪਏ ਹਾਂ, ਅਤੇ ਮੂਲ ਮੰਤਰ ਦੀ ਗੱਲ ਕਰਨ ਲਈ ਸਾਨੂੰ ਇਹ ਸਾਰਾ ਕੁਛ ਥੋੜ੍ਹਾ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰਨਾ ਪਊਗਾ ਕਿ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਰੂਪ ਦੇ ਵਿੱਚ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਆ। 10 ਜਾਮਿਆਂ ਵਿੱਚ ਆ ਕੇ ਉਹਨਾਂ ਨੇ ਹਰ ਤਰ੍ਹਾਂ ਦੁੱਖਾਂ ਸੁੱਖਾਂ ਦੇ ਵਿੱਚੋਂ ਦੀ ਲੰਘ ਕੇ, ਹਾਲਾਂਕਿ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀਗੀ ਕਿਸੇ ਦੁੱਖ ਵਿੱਚੋਂ ਦੀ ਲੰਘਦੇ, ਪਰ ਉਹਨਾਂ ਨੇ ਸਾਨੂੰ ਸਮਝਾਉਣ ਲਈ, ਇਨਸਾਨ ਨੂੰ ਸਮਝਾਉਣ ਲਈ ਜਨਮ ਲੈ ਕੇ ਮਾਤਾ ਪਿਤਾ, ਭੈਣ ਭਰਾਈ, ਫੁੱਫੜ ਮਾਸੀਆਂ ਤਾਈਆਂ, ਰਿਸ਼ਤੇਦਾਰੀਆਂ, ਸਾਰੇ ਸਿਸਟਮ ਦੇ ਵਿੱਚੋਂ ਲੰਘ ਕੇ ਤੋ ਇਸ ਧਰਤੀ ਦੇ ਉੱਤੇ ਆ ਕੇ ਸਾਨੂੰ ਉਹਨਾਂ ਨੇ ਉਸ ਜੀਵਨ ਵਾਸਤੇ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਆ, ਔਰ ਗਿਆਨ ਦਿੱਤਾ, ਔਰ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਆ। ਪਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇਣ ਤੋਂ ਪਹਿਲਾਂ ਉਹਨਾਂ ਨੇ ਬੇਈ ਨਦੀ ਵਿੱਚ ਜਾ ਕੇ ਜਦੋਂ ਚੁੱਭੀ ਲਾਈ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਕੋਲ ਆ ਕੇ ਉਹਨਾਂ ਜਦੋਂ ਦੱਸਿਆ ਵੀ ਆਹ ਕੁਛ ਹੈ, ਅਤੇ ਉਹਦੇ ਸਾਰੀ ਧਰਤੀ ਜਿਹੜੀ ਆ, ਇੱਥੇ ਸਾਰੇ ਜੀਵ ਆ, ਉਹ ਭਖਦੇ ਪਏ ਆ, ਜਲਦੇ ਪਏ ਆ, ਦੁੱਖਾਂ ਵਿੱਚ ਸੜਦੇ ਪਏ ਆ। ਅਤੇ ਉਹ ਸਾਰੇ ਦੁੱਖਾਂ ਵਿੱਚ ਸੜਦੇ ਸੰਸਾਰ ਨੂੰ ਬਚਾਉਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੂਲ ਮੰਤਰ ਲੈ ਕੇ ਆਏ। ਅਤੇ ਮੂਲ ਮੰਤਰ ਜੋ ਪਹਿਲੋਂ ਸਦੀਆਂ ਤੋਂ ਜਿਹੜੇ ਰਿਸ਼ੀ ਮੁਨੀ ਜਪੀ ਤਪੀ ਧਰਤੀ ਦੇ ਉੱਤੇ ਆਏ, ਉਹਨਾਂ ਨੇ ਆਪੋ ਆਪਣੇ ਧਰਮ ਦੇ ਜਿਹੜੇ ਪੈਗੰਬਰ ਆਏ, ਉਦੋਂ ਤੋਂ ਉਹਨਾਂ ਨੇ ਜਾਣਨਾ ਚਾਹਿਆ, ਉਦੋਂ ਤੋਂ ਉਹਨਾਂ ਦੀ ਖੋਜ ਜਿਹੜੀ ਆਈ। ਪਰ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਗੱਲ ਕੀਤੀ ਆ, ਗੁਰੂ ਨਾਨਕ ਦੇਵ ਜੀ ਨੇ ਮੂਲ ਦੀ ਗੱਲ ਕੀਤੀ ਆ, ਜਦੋਂ ਦੀ ਇਹ ਸ੍ਰਿਸ਼ਟੀ ਹੋਂਦ ਵਿੱਚ ਆਈ ਆ, ਉਦੋਂ ਦੀ ਗੱਲ ਕੀਤੀ ਆ, ਉਹ ਮੂਲ ਆ।
ਤੁਸੀਂ ਕਿਸੇ ਵੀ ਹੋਰ ਦੂਸਰੇ ਧਰਮ ਵਿੱਚ ਗਿਆਨ ਦੀ ਗੱਲ ਕਰੋ, ਜਾ ਕੇ ਉਹਨਾਂ ਨੂੰ ਪੜ੍ਹਨ, ਕਿਸੇ ਧਰਮ ਦੇ ਵਿੱਚ ਐਸਾ ਕੋਈ ਮੂਲ ਮੰਤਰ ਨਹੀਂ ਹੈਗਾ ਜਿਹੜਾ ਜਦੋਂ ਦੀ ਦੁਨੀਆ ਬਣੀ ਹੈ, ਸ੍ਰਿਸ਼ਟੀ ਬਣੀ ਆ, ਉਹਦਾ ਗਿਆਨ ਤੁਹਾਨੂੰ ਦਿੰਦਾ ਹੋਵੇ। ਓਂਕਾਰ ਦੀ ਗੱਲ ਜਿਹੜੀ ਆ ਆਮ ਤੌਰ 'ਤੇ ਕਹਿੰਦੇ ਆ ਕਿ ਸਦੀਆਂ ਤੋਂ ਚੱਲਦੀ ਆਈ ਹੈ, ਪਰ ਗੁਰੂ ਨਾਨਕ ਦੇਵ ਜੀ ਨੇ ਉਸ ਓਂਕਾਰ ਦੇ ਮੂਹਰੇ ਏਕਾ ਲਾ ਕੇ ਉਸ ਨੂੰ ਇੱਕ ਓਂਕਾਰ ਬਣਾਇਆ। ਅਤੇ ਇੱਕ ਓਂਕਾਰ ਬਣਾਉਣ ਦਾ ਮਤਲਬ ਇਹ ਸੀਗਾ ਕਿ ਇਸ ਧਰਤੀ ਨੂੰ, ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਉਹਨੂੰ ਚਲਾਉਣ ਵਾਲਾ ਅਤੇ ਉਹਨੂੰ ਵਿਨਾਸ਼ ਕਰਨ ਵਾਲਾ ਇੱਕੋ ਹੀ ਆ। ਜਦੋਂ ਕਿ ਅੱਗੇ ਵੱਖਰੀਆਂ ਧਾਰਨਾ ਚੱਲਦੀਆਂ ਸੀਗੀਆਂ, ਇੱਕ ਦੇਵਤਾ ਜਿਹੜਾ ਧਰਤੀ ਨੂੰ ਪੈਦਾ ਕਰਦਾ, ਇੱਕ ਦੇਵਤਾ ਜਿਹੜਾ ਇਹ ਧਰਤੀ ਨੂੰ ਚਲਾਉਂਦਾ ਆ, ਖਾਣ ਪੀਣ ਨੂੰ ਦਿੰਦਾ, ਇੱਕ ਦੇਵਤਾ ਜਿਹੜਾ ਇਸ ਧਰਤੀ ਨੂੰ ਖਤਮ ਕਰਦਾ, ਇਹ ਧਰਤੀ ਨੂੰ ਮਾਰਦਾ। ਇਹਦਾ ਮਤਲਬ ਉਹਦੇ ਵਿੱਚ ਮੂਲ ਚੀਜ਼ ਕੋਈ ਨਹੀਂ ਹੋਈ। ਉਹ ਦੇਵਤੇ ਸੀਗੇ, ਉਹਨਾਂ ਦੀਆਂ ਡਿਊਟੀਆਂ ਲੱਗੀਆਂ ਸੀਗੀਆਂ, ਪਰ ਉਹ ਡਿਊਟੀ ਲਾਉਣ ਵਾਲਾ ਕੌਣ ਸੀ? ਉਹ ਦੇਵਤੇ ਬਣਾਉਣ ਵਾਲਾ ਕੌਣ ਸੀ? ਉਹ ਮੂਲ ਕਿਹੜਾ ਸੀਗਾ? ਉਹ ਕਿਹੜਾ ਸਿਧਾਂਤ ਸੀ? ਉਹ ਕਿਹੜੀ ਚੀਜ਼ ਸੀ? ਉਹਦੇ ਵਾਸਤੇ ਕੁਛ ਨਹੀਂ ਮਿਲਦਾ। ਪਰ ਗੁਰੂ ਨਾਨਕ ਦੇਵ ਜੀ ਨੇ ਆ ਕੇ ਸਾਨੂੰ ਉਹ ਸਿਧਾਂਤ ਦਿੱਤਾ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਓਂਕਾਰ ਜਿਹੜਾ ਆ, ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਆ ਸਾਰੀ ਦੁਨੀਆ 'ਤੇ, ਸਾਰੀ ਸ੍ਰਿਸ਼ਟੀ 'ਤੇ। ਕਿੰਨੀਆਂ ਵੀ ਦੁਨੀਆ ਆ, ਜਿਹੜੀਆਂ ਦੁਨੀਆ ਅਸੀਂ ਸੋਚ ਵੀ ਨਹੀਂ ਸਕਦੇ, ਉਹਨਾਂ ਸਾਰੀਆਂ ਦੁਨੀਆ ਦੇ ਉੱਤੇ ਵਿੱਚ ਵੀ ਇੱਕੋ ਹੀ ਆ, ਜਿਹੜਾ ਇਸ ਸ੍ਰਿਸ਼ਟੀ ਨੂੰ ਬਣਾਉਂਦਾ, ਇਸ ਸ੍ਰਿਸ਼ਟੀ ਨੂੰ ਚਲਾਉਂਦਾ, ਇਹਨੂੰ ਖਤਮ ਕਰਦਾ। ਜਿੱਦਾਂ ਅੱਜ ਸਾਇੰਸ ਕਹਿੰਦੀ ਆ ਕਿ ਧਰਤੀ ਸਾਰੀ ਇੱਕ ਅੱਗ ਦਾ ਗੋਲਾ ਸੀ, ਇੱਕ ਗੈਸਾਂ ਦਾ ਸਿਲੰਡਰ ਸੀ, ਗੋਲ ਸੀ, ਘੁੰਮਦਾ ਸੀ। ਅਤੇ ਜੋ ਸਾਰੀ ਸ੍ਰਿਸ਼ਟ ਜਿਹੜੀ ਧਰਤੀ ਜਿਹੜੀ ਸੀਗੀ, ਜੋ ਕੁਛ ਵੀ ਸੀਗਾ, ਬ੍ਰਹਮੰਡ ਸੀਗਾ, ਉਹ ਇੱਕ ਗੋਲਾ ਸੀਗਾ, ਉਹ ਘੁੰਮਦਾ ਸੀ। ਅਤੇ ਜੇ ਉਹਦੇ ਟੁੱਟੇ ਹੋਏ, ਉਹ ਫਟੇ, ਅਤੇ ਫਿਰ ਦੋ ਕਿੱਦਾਂ ਹੋ ਗਏ? ਫਿਰ ਤਾਂ ਇੱਕੋ ਹੀ ਰਹੂਗਾ ਨਾ, ਕਿਉਂਕਿ ਇੱਕੋ ਵਿੱਚੋਂ ਪੈਦਾ ਹੋਇਆ, ਇੱਕੋ ਦਾ ਹਿੱਸਾ ਆ। ਜੇ ਕੋਈ ਗੋਲ ਹਦਵਾਣਾ ਲੈ ਲਓ ਤਾਂ ਹਦਵਾਣੇ ਦੇ ਟੋਟੇ ਕਰ ਦਿਓ, ਰਹਿਣਾ ਤਾਂ ਹਦਵਾਣਾ ਹੀ ਆ ਨਾ ਜੀ। ਜੇ ਖਰਬੂਜੇ ਦੇ ਟੋਟੇ ਕਰ ਦਿਓ, ਰਹਿਣਾ ਖਰਬੂਜਾ ਹੀ ਆ। ਜੇ ਕਿਸੇ ਬਾਲ ਦੇ ਕਿਸੇ ਹੋਰ ਘੜੇ ਦੇ ਟੋਟੇ ਕਰ, ਘੜੇ ਦੇ ਵਿੱਚ ਜੋ ਕੁਛ ਪਾਇਆ ਉਹੋ ਹੀ ਰਹਿਣਾ। ਅਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ ਜਦੋਂ ਸ੍ਰਿਸ਼ਟੀ ਤੁਸੀਂ ਕਹਿੰਦੇ ਨਹੀਂ ਸੀ ਬਣੀ, ਜਦੋਂ ਅੱਗ ਦਾ ਗੋਲਾ ਸੀ, ਜਦੋਂ ਗੈਸਾਂ ਦਾ ਭੰਡਾਰ ਸੀ, ਅਤੇ ਜਦੋਂ ਉਹਦੇ ਟੋਟੇ ਹੋ ਕੇ ਉਹ ਸ੍ਰਿਸ਼ਟੀ ਦੇ ਰੂਪ ਵਿੱਚ ਆਇਆ, ਅਤੇ ਉਹਦੀ ਹੋਂਦ ਫਿਰ ਇੱਕੋ ਜਿਹੀ ਰਹਿ ਗਈ, ਉਹਦੀਆਂ ਦੋ ਹੋਂਦਾਂ ਨਹੀਂ ਗਈਆਂ। ਪਰ ਜਿਹੜੀ ਪ੍ਰਚਲਿਤ ਸਿਸਟਮ ਬਣਿਆ ਸੀਗਾ, ਅੱਜ ਵੀ ਲੋਕ ਉਸ ਉੱਤੇ ਕਈ ਤਰ੍ਹਾਂ ਦੇ ਵਿਸ਼ਵਾਸ ਕਰਦੇ ਆ ਵੀ ਤੁਸੀਂ ਆਹ ਖੁਸ਼ੀ ਲੈਣੀ ਹੈ ਅਤੇ ਇਸ ਦੇਵਤੇ ਨੂੰ ਮੰਨੋ, ਜੇ ਤੁਸੀਂ ਆਹ ਖੁਸ਼ੀ ਲੈਣੀ ਹੈ ਅਤੇ ਇਸ ਦੇਵਤੇ, ਜੇ ਤੁਹਾਨੂੰ ਪੈਸੇ ਚਾਹੀਦੇ ਤਾਂ ਐਸੇ ਦੇਵਤੇ ਨੂੰ ਮੰਨੋ, ਜੇ ਤੁਹਾਨੂੰ ਦੁੱਧ ਪੁੱਤ ਚਾਹੀਦਾ ਤਾਂ ਇਸ ਦੇਵਤੇ ਨੂੰ ਮੰਨ ਲਓ, ਜੇ ਤੁਹਾਨੂੰ ਮੁਕਤੀ ਚਾਹੀਦੀ ਹੈ ਤਾਂ ਇਸ ਦੇਵਤੇ ਨੂੰ ਮੰਨ ਲਓ। ਅੱਜ ਕੱਲ੍ਹ ਤਾਂ ਜੇ ਤੂੰ ਪੜ੍ਹਾਈ 'ਚ ਪਾਸ ਹੋਣਾ ਤਾਂ ਇਸ ਦੇਵਤੇ ਨੂੰ ਮੰਨ ਲਓ। ਅਤੇ ਸਾਡੇ ਸਿੱਖ ਧਰਮ ਦੇ ਵਿੱਚ ਵੀ ਕੁਛ ਸਾਡੇ ਪ੍ਰਚਾਰਕ ਵੀਰਾਂ ਨੇ ਇੱਦਾਂ ਦਾ ਸਿਸਟਮ ਸ਼ੁਰੂ ਕੀਤਾ ਆ, ਜੇ ਤੁਸੀਂ ਫਲਾਨੀ ਚੀਜ਼ ਚਾਹੀਦੀ ਤੁਹਾਨੂੰ ਤਾਂ ਜਪਜੀ ਸਾਹਿਬ ਦੇ ਇੰਨੇ ਪਾਠ ਕਰ ਲਓ, ਜੇ ਫਲਾਨੀ ਚੀਜ਼ ਚਾਹੀਦੀ ਆ ਤਾਂ ਫਲਾਨੀ ਥਾਂ 'ਤੇ ਮੱਸਿਆ ਇੰਨੀ ਵਾਰ ਜਾ ਕੇ ਨਹਾਇਓ, ਜੇ ਫਲਾਨੀ ਚੀਜ਼ ਚਾਹੀਦੀ ਆ ਤਾਂ ਇੰਨੀ ਦਿਨ ਤੁਸੀਂ ਆਹ ਸੁਖਮਨੀ ਸਾਹਿਬ ਦੇ ਪਾਠ ਕਰ ਲਓ, ਜੇ ਹੋਰ ਕੋਈ ਵੱਡੀ ਚੀਜ਼ ਚਾਹੀਦੀ ਹੈ ਤੁਸੀਂ ਅਖੰਡ ਪਾਠ ਸਾਹਿਬ ਕਰਾ ਲਓ। ਮਤਲਬ ਸਾਡੇ ਸਿੱਖ ਧਰਮ ਦੇ ਵਿੱਚ ਵੀ ਉਹੀ ਬ੍ਰਾਹਮਣਵਾਦ ਜਿਹੜਾ ਆ, ਵਹਿਮਾਂ ਭਰਮਾਂ ਵਾਲਾ, ਸਾਡੇ ਗੁਰਸਿੱਖ ਵੀਰ ਜਿਹੜੇ ਆ ਉਸੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਉਹ ਇਸ ਚੀਜ਼ ਨੂੰ ਭੁੱਲੀ ਜਾਂਦੇ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੂਲ ਦਿੱਤਾ, ਅਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ। ਪਰ ਜਦੋਂ ਅਸੀਂ ਮੂਲ ਦੀ ਗੱਲ ਕਰਾਂਗੇ, ਮੂਲ ਦੇ ਨਾਲ ਜੁੜ ਜਾਵਾਂਗੇ, ਵਿਚਲਾ ਸਾਰਾ ਕੁਛ ਗਾਇਬ ਹੋ ਜਾਂਦਾ, ਉਹ ਖਤਮ ਹੋ ਜਾਣ ਵਾਲਾ, ਉਹ ਖਤਮ ਹੋ ਜਾਊਗਾ ਜਦੋਂ ਤੁਸੀਂ ਮੂਲ ਦੇ ਨਾਲ ਜੁੜ ਜਾਓਗੇ। ਅਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਓਂਕਾਰ ਦੀ ਗੱਲ ਦੱਸੀ ਆ, ਉਹਨਾਂ ਨੇ ਸਮਝਾਇਆ। ਸਮਝਣ ਦੀ ਕੋਸ਼ਿਸ਼ ਕਰੋ, ਜ਼ਰੂਰੀ ਨਹੀਂ ਜਿਹੜੀ ਮੈਂ ਗੱਲ ਕਰਦਾ ਉਹ 100% ਸੱਚੀ ਹੋਵੇ ਅਤੇ ਤੁਹਾਨੂੰ ਉਹ ਉਸੇ ਵੇਲੇ ਸਮਝ ਆ ਜਾਵੇ, ਪਰ ਤੁਸੀਂ ਇਸ ਚੀਜ਼ ਨੂੰ ਵਿਚਾਰਨ ਦੀ ਕੋਸ਼ਿਸ਼ ਕਰਿਓ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਓਂਕਾਰ ਕਿਹਾ ਅਤੇ ਉਹਦੇ ਪਿੱਛੇ ਗੱਲ ਕੀ ਆ। ਸਮਝਣ ਦੀ ਕੋਸ਼ਿਸ਼ ਕਰੋ, ਵਿਚਾਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਵਿਚਾਰਨ ਦੀ ਕੋਸ਼ਿਸ਼ ਕਰੋਗੇ ਤਾਂ ਐਟੋਮੈਟਿਕ ਤੁਹਾਡਾ ਵਿਚਾਰ ਦਾ ਵਿਸ਼ਾ ਜਿਹੜਾ ਲੰਮਾ ਹੋ ਕੇ ਤਾਂ ਤੁਹਾਨੂੰ ਸਮਝ ਆ ਜਾਊਗੀ ਵੀ ਜੇ ਗੁਰੂ ਨਾਨਕ ਦੇਵ ਜੀ ਨੇ ਇੱਕ ਓਂਕਾਰ ਦੀ ਗੱਲ ਕੀਤੀ ਹੈ ਤਾਂ ਉਹ ਪਿੱਛੇ ਕੀ ਰਾਜ ਆ, ਉਹ ਸਮਝਣ ਦੀ ਆਪ ਕੋਸ਼ਿਸ਼ ਕਰੋ। ਅਤੇ ਜਦੋਂ ਤੁਸੀਂ ਆਪ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਬਹੁਤ ਸਾਰਾ ਗਿਆਨ ਮਿਲ ਜੂਗਾ ਅਤੇ ਤੁਸੀਂ ਆਹ ਦੁਨੀਆ ਦੇ ਝੰਜਟਾਂ ਵਿੱਚੋਂ ਤੁਸੀਂ ਬਚ ਸਕਦੇ ਆ। ਤੁਹਾਡਾ ਜੀਵਨ ਦਾ ਸਫ਼ਰ ਜਿਹੜਾ ਹੈ ਉਹ ਸੌਖਾ ਹੋ ਸਕਦਾ।
ਅੱਜ ਜਿਹੜੇ ਦੁਨੀਆ ਦੇ ਅੱਜ ਡੰਮੀ ਤੇ ਠੱਗੀ ਬਾਬੇ ਤੁਰੇ ਫਿਰਦੇ ਆ, ਕਈ ਤਰ੍ਹਾਂ ਦੇ ਬਰਮ ਪਾ ਕੇ ਤੁਹਾਡੇ ਜੀਵਨ ਨੂੰ ਗੰਧਲਾ ਕਰਦੇ ਪਏ ਆ, ਤੁਹਾਨੂੰ ਲੁੱਟਦੇ ਪਏ ਆ, ਤੁਸੀਂ ਉਹਨਾਂ ਤੋਂ ਬਚ ਸਕਦੇ ਹੋ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਹੀ ਇੱਕ ਐਸਾ ਹੈ ਜਿਹੜਾ ਹਮੇਸ਼ਾ ਦਿੰਦਾ ਹੈ, ਜਿਹਨੇ ਕਦੀ ਵੀ ਕੋਈ ਮੰਗ ਨਹੀਂ ਰੱਖੀ ਸਾਡੇ ਕੋਲ। ਇੱਕੋ ਹੀ ਇੱਕ ਹੈ ਅਕਾਲ ਪੁਰਖ ਵਾਹਿਗੁਰੂ, ਜਿਹਨੇ ਹਮੇਸ਼ਾ ਦਿੱਤਾ ਹੈ। ਦੁਨੀਆ ਦੇ ਉੱਤੇ ਅੱਜ ਦੇ ਜਿੰਨੇ ਵੀ ਤੁਸੀਂ ਡੰਮੀ ਬਾਬੇ, ਤੁਸੀਂ ਠੱਗੀ ਬਾਬੇ ਤੁਸੀਂ ਦੇਖਦੇ ਆ, ਜਾਂ ਆਪਾਂ ਆਪਣੇ ਡੇਰੇ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਭੋਲੀ ਭਾਲੀ ਜਨਤਾ ਨੂੰ, ਸਾਰੇ ਧਰਮਾਂ ਵਿੱਚ ਹੈਗੇ ਆ, ਸਾਰੇ ਮੁਲਕਾਂ ਦੇ ਵਿੱਚ ਹੈਗੇ ਆ, ਇਹ ਇਕੱਲੇ ਸਿੱਖ ਧਰਮ ਦੇ ਵਿੱਚ ਨਹੀਂ ਕਿ ਸਾਰੇ ਧਰਮਾਂ ਦੇ ਵਿੱਚ ਆ, ਸਾਰੇ ਮੁਲਕਾਂ ਦੇ ਵਿੱਚ ਇੱਦਾਂ ਦੇ ਬੰਦੇ ਹੈਗੇ ਆ ਜਿਹੜੇ ਲੁੱਟਦੇ ਆ। ਪਰ ਸਾਰੇ ਮੁਲਕਾਂ ਦੇ ਕੋਲ, ਸਾਰੇ ਧਰਮਾਂ ਦੇ ਵਿੱਚ ਸ਼ਾਇਦ ਉਹ ਮੂਲ ਮੰਤਰ ਨਹੀਂ ਹੈ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ। ਅਸੀਂ ਚੰਗੇ ਕਰਮਾਂ ਵਾਲੇ ਆ, ਚੰਗੇ ਭਾਗਾਂ ਵਾਲੇ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੀ ਝੋਲੀ ਦੇ ਵਿੱਚ ਉਹ ਮੂਲ ਮੰਤਰ ਦੀ ਦਾਤ ਪਾਈ ਅਤੇ ਸਾਨੂੰ ਇੱਕ ਓਂਕਾਰ ਦੇ ਨਾਲ ਜੁੜਨ ਵਾਸਤੇ ਕਿਹਾ। ਪਰ ਉਹ ਇੱਕ ਓਂਕਾਰ ਦੀ ਅਜੀ ਖੋਜ ਹੀ ਨਹੀਂ ਕਰਦੇ, ਉਹਦੇ ਵੱਲ ਨੂੰ ਤੁਰਦੇ ਨਹੀਂ। ਅਸੀਂ ਇੱਕ ਓਂਕਾਰ ਜਿਹੜਾ ਉਹਦਾ ਪੜ੍ਹ ਜੀਦਾ, ਪਰ ਕਦੀ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੂਲ ਮੰਤਰ ਦੇ ਰੂਪ ਵਿੱਚ ਉੱਦਾਂ ਹੀ ਨਹੀਂ ਦਿੱਤਾ, ਮੂਲ ਮੰਤਰ ਦੇ ਰੂਪ ਵਿੱਚ ਦਿੱਤਾ, ਤੋ ਇੱਕ ਓਂਕਾਰ ਦਿੱਤਾ। ਅਤੇ ਜੇ ਇੱਕ ਓਂਕਾਰ ਮੂਲ ਮੰਤਰ ਦੇ ਰੂਪ ਵਿੱਚ ਸਾਨੂੰ ਦਿੱਤਾ, ਤਾਂ ਉਹਦੇ ਪਿੱਛੇ ਕੀ ਫਿਲਾਸਫੀ ਆ, ਉਹਦੇ ਪਿੱਛੇ ਕੀ ਚੀਜ਼ ਆ, ਉਹਦੇ ਪਿੱਛੇ ਕੀ ਕਾਰਨ ਆ। ਕਿਉਂਕਿ ਗੁਰੂ ਨਾਨਕ ਦੇਵ ਜੀ ਕੋਈ ਮੂਲੀ ਨਾ ਤਾਂ ਇਨਸਾਨ ਸੀ, ਨਾ ਉਹ ਦੇਵੀ ਦੇਵਤੇ ਸੀ, ਉਹ ਖੁਦ ਪਰਮਾਤਮਾ ਸੀਗੇ, ਉਹ ਖੁਦ ਅਕਾਲ ਪੁਰਖ ਵਾਹਿਗੁਰੂ ਸੀਗੇ, ਜਿਹੜੇ ਸਾਡੇ ਵਿੱਚ ਆ ਕੇ ਵਿਚਰੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ। ਅਤੇ ਜਦੋਂ ਤੁਸੀਂ ਇਸ ਧਾਰਨਾ ਨੂੰ ਸਮਝ ਲਿਆ ਵੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਰੂਪ ਸੀਗੇ ਅਤੇ ਇਨਸਾਨੀ ਜਾਮੇ ਵਿੱਚ ਸਾਡੇ ਨਾਲ ਆ ਕੇ ਵਿਚਰੇ ਆ, ਪਰ ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸੀਗੇ, ਉਹ ਆਮ ਇਨਸਾਨ ਜਾਂ ਦੇਵੀ ਦੇਵਤੇ ਨਹੀਂ ਸੀਗੇ। ਅਤੇ ਸ਼ਾਇਦ ਸਾਨੂੰ ਜਿਹੜੇ ਮੂਲ ਮੰਤਰ ਦੀ ਗੱਲ ਆ ਉਹ ਵੀ ਸ਼ਾਇਦ ਸਮਝ ਆ ਜਾਵੇ, ਪਰ ਅਸੀਂ ਹਜੇ ਤੱਕ ਗੁਰੂ ਨਾਨਕ ਦੇਵ ਜੀ ਨੂੰ ਸ਼ਾਇਦ ਇੱਕ ਇਨਸਾਨ ਜਾਂ ਦੇਵੀ ਦੇਵਤੇ ਦੇ ਰੂਪ ਵਿੱਚ ਹੀ ਜਾਣਿਆ। ਅਸੀਂ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਵਿੱਚ ਨਹੀਂ ਦੇਖਿਆ। ਇੱਥੇ ਕਈ ਵਾਰੀ ਸਾਡੇ ਕਥਾ ਵਾਲੇ ਵੀਰ ਕਾਫੀ ਗੱਲਾਂ ਕਰਦੇ, ਬਾਬਾ ਬੁੱਢਾ ਜੀ ਦੀ ਗੱਲ ਆ ਜਾਂਦੀ ਆ, ਜਿਨ੍ਹਾਂ ਨੇ 6 ਗੁਰੂ ਸਾਹਿਬਾਨਾਂ ਨੂੰ ਗੁਰਗੱਦੀ ਦਾ ਤਿਲਕ ਦਿੱਤਾ, ਪਰ ਗੁਰਗੱਦੀ ਜਿਹੜੀ ਆ ਭਾਈ ਲਹਿਣਾ ਜੀ ਨੂੰ ਦਿੱਤੀ। ਬਾਬਾ ਬੁੱਢਾ ਜੀ 6 ਗੁਰੂ ਸਾਹਿਬਾਂ ਨੂੰ ਗੁਰਗੱਦੀ ਦਾ ਤਿਲਕ ਦਿੱਤਾ ਉਹਨਾਂ ਨੇ, ਔਰ ਬੜੇ ਉੱਚ ਕੋਟੀ ਦੇ ਬ੍ਰਹਮ ਗਿਆਨੀ ਹੋਏ ਆ। ਪਰ ਗੁਰਗੱਦੀ ਜਿਹੜੀ ਆ ਗੁਰੂ ਨਾਨਕ ਦੇਵ ਜੀ ਨੇ ਉਹ ਭਾਈ ਲਹਿਣਾ ਜੀ ਨੂੰ ਦਿੱਤੀ ਆ। ਅਤੇ ਕਈ ਵਾਰੀ ਵਿਚਾਰ ਆਉਂਦੇ, ਪੁੱਛਦੇ ਆ ਵੀ ਭਾਈ ਲਹਿਣਾ ਜੀ ਨੂੰ ਗੁਰਗੱਦੀ ਜਾਂ ਗੁਰਗੱਦੀ ਜਿਹੜੀ ਆ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ, ਅਤੇ ਇਹਦਾ ਕਾਰਨ ਕੀ ਆ, ਲੱਭਦੇ ਆ। ਅਤੇ ਜਦੋਂ ਭਾਈ ਲਹਿਣਾ ਜੀ ਤੋਂ ਪੁੱਛਿਆ ਗਿਆ, ਅਤੇ ਭਾਈ ਲਹਿਣਾ ਜੀ ਨੇ ਇਹੀ ਗੱਲ ਆਖੀ ਸੀ ਵੀ ਮੈਂ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਵਿੱਚ ਦੇਖਿਆ, ਮੈਂ ਤਾਂ ਤੁਹਾਨੂੰ ਕਦੀ ਇਨਸਾਨ ਦੇ ਰੂਪ ਵਿੱਚ ਨਹੀਂ ਦੇਖਿਆ। ਮੇਰੀ ਜਿਹੜੀ ਧਾਰਨਾ ਆ ਜਾਂ ਤੁਹਾਡੇ ਜਿਹੜੇ ਬੋਲ ਆ, ਜੋ ਤੁਸੀਂ ਮੈਨੂੰ ਕਹਿੰਦੇ ਆ, ਜਾਂ ਮੇਰੀ ਡਿਊਟੀ ਲਾਈ, ਜਾਂ ਮੇਰੇ 'ਤੇ ਹੁਕਮ ਤੁਸੀਂ ਕੀਤਾ, ਜਾਂ ਮੈਨੂੰ ਕਿਸੇ ਕਿਸਮ ਦਾ ਕਿਹਾ, ਮੈਂ ਤਾਂ ਅਕਾਲ ਪੁਰਖ ਦਾ ਰੂਪ, ਅਕਾਲ ਪੁਰਖ ਦੀ ਆਵਾਜ਼ ਸਮਝ ਕੇ ਮੈਂ ਉਸ ਨੂੰ ਮੰਨਿਆ ਅਤੇ ਮੰਨਣ ਦੀ ਕੋਸ਼ਿਸ਼ ਕੀਤੀ ਆ। ਮੈਂ ਤੁਹਾਨੂੰ ਕਦੀ ਇੱਕ ਨੋਰਮਲ ਇਨਸਾਨ ਜਾਂ ਇੱਕ ਦੇਵੀ ਦੇਵਤੇ ਦੇ ਰੂਪ ਵਿੱਚ ਨਹੀਂ ਦੇਖਿਆ। ਇੰਨਾ ਡਿਫਰੈਂਸ ਸੀਗਾ ਸਿਰਫ ਉਹਨਾਂ ਦੀ ਸੋਚ ਦੇ ਵਿੱਚ, ਅਤੇ ਉਹਨਾਂ ਦੀ ਸੋਚ ਵਿੱਚ ਇੰਨਾ ਡਿਫਰੈਂਸ ਹੋਣ ਦੀ ਵਜ੍ਹਾ ਨਾਲ, ਅਤੇ ਜਦੋਂ ਉਹ ਜੋਤ ਜਿਹੜੀ ਸੀ, ਉਹ ਜਿਹੜਾ ਮੂਲ ਸੀਗਾ, ਉਹ ਮੂਲ ਜਿਹੜਾ ਆ ਅਕਾਲ ਪੁਰਖ ਵਾਹਿਗੁਰੂ ਦਾ, ਜਿਹੜਾ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਬਹਿ ਗਿਆ, ਉਸ ਗੱਦੀ 'ਤੇ ਬਹਿ ਗਿਆ, ਤਾਂ ਉਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ 'ਤੇ ਮੱਥਾ ਟੇਕਤਾ। ਇਹ ਮੂਲ ਮੰਤਰ ਦੀ ਗੱਲ, ਮੂਲ ਦੀ ਗੱਲ ਇਸੇ ਤਰੀਕੇ ਨਾਲ ਜਾਰੀ ਰਹੂਗੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ।